In order to become the champion, the first and the foremost requirement is desire. Ichha Shakti. For what? To gain pride and honor. मान सम्मान प्राप्त ਕਰਨ ਦੀ ਇੱਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਜੀਵਨ ਦੇ ਵਿੱਚ ਕੁਝ ਵੱਡਾ ਕਰਨਾ ਚਾਹੁੰਦੇ ਹੋ। ਹੈਲੋ ਐਂਡ ਵਾਰਮ ਵੈਲਕਮ ਟੂ एवरीवन। ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਐਡਵਾਂਟੇजेस ਆਫ NTSC, मतलब कि ਨੈਸ਼ਨਲ ਟੈਲੈਂਟ ਸਰਚ ਐਗਜ਼ਾਮ ਜੋ ਕਿ ਅਸੀਂ 10th ਸਟੈਂਡਰਡ ਦੇ ਵਿੱਚ ਇੱਕ ਕੰਪੀਟੀਟਿਵ ਐਗਜ਼ਾਮ ਹੈ, ਇਹ ਅਸੀਂ ਦਿੰਦੇ ਹਾਂ ਕਿਉਂਕਿ ਜਦੋਂ ਅਸੀਂ ਇਸ ਨੂੰ ਕਲੀਅਰ ਕਰ ਲੈਂਦੇ ਹਾਂ, ਕਲੀਅਰ ਤੋਂ ਮਤਲਬ ਵੈਨ ਵੀ ਕਮ ਇਨ ਮੈਰਿਟ, ਜਦੋਂ ਅਸੀਂ ਮੈਰਿਟ ਵਿੱਚ ਆ ਜਾਂਦੇ ਹਾਂ ਤੇ ਸਾਨੂੰ ਵਜ਼ੀਫਾ ਲੱਗ ਜਾਂਦਾ ਹੈ, ਸਾਨੂੰ ਸਕਾਲਰਸ਼ਿਪ ਲੱਗ ਜਾਂਦੀ ਹੈ ਤੇ ਇਸ ਸਕਾਲਰਸ਼ਿਪ ਦੇ ਸਾਨੂੰ ਕੀ ਬੈਨੀਫਿਟਸ ਹੋ ਸਕਦੇ ਹਨ ਸਾਡੇ ਕਰੀਅਰ ਵਾਸਤੇ, ਉਸ ਨੂੰ ਅਸੀਂ ਡਿਸਕਸ ਕਰਨਾ ਹੈ ਤੇ ਇਸ ਕਰਕੇ ਤੁਸੀਂ ਪੂਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਫਿਰ ਬੱਚਿਓ, ਸਾਨੂੰ ਸਕੂਲ ਲੈਵਲ ਤੇ ਹੀ ਦੱਸਿਆ ਜਾਂਦਾ ਹੈ ਕਿ NMS ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਜੋ ਕਿ 8th ਕਲਾਸ ਦੇ ਵਿੱਚ ਅਸੀਂ ਅਪੀਅਰ ਹੁੰਦੇ ਹਾਂ ਤੇ ਉਹਦੇ ਵਿੱਚ ਵੀ ਸਾਨੂੰ ਸਕਾਲਰਸ਼ਿਪ ਲੱਗਦੀ ਹੈ। ਇਸੇ ਤਰੀਕੇ ਨਾਲ NTSC 10th ਵਿੱਚ ਅਪੀਅਰ ਹੁੰਦੇ ਹਾਂ ਤਾਂ ਸਕਾਲਰਸ਼ਿਪ ਲੱਗਦੀ ਹੈ। ਤਾਂ ਸਾਨੂੰ ਸਾਰਿਆਂ ਨੂੰ ਇਹ ਦੱਸਿਆ ਜਾਂਦਾ ਕਿ ਸਭ ਤੋਂ ਬੜਾ ਬੈਨੀਫਿਟ ਇਸ ਦਾ ਇਹ ਹੈ ਕਿ ਸਾਨੂੰ ਵਜ਼ੀਫਾ ਲੱਗ ਜਾਂਦਾ ਹੈ, ਮਤਲਬ ਕਿ ਸਾਨੂੰ ਹਰ ਮਹੀਨੇ ਜਿਹੜੇ ਹਨ ਉਹ ਵਜ਼ੀਫੇ ਦੇ ਰੂਪ ਦੇ ਵਿੱਚ ਇੱਕ ਅਮਾਊਂਟ ਆਣੀ ਸ਼ੁਰੂ ਹੋ ਜਾਂਦੀ ਹੈ। ਤੇ ਪਿਆਰੇ ਬੱਚਿਓ, ਮੈਂ ਸਮਝਦਾ ਕਿ ਜਿੱਥੇ ਇਹੋ ਜਿਹੇ ਕੰਪੀਟੀਟਿਵ ਐਗਜ਼ਾਮਸ ਦੇ ਇੰਨੇ ਸਾਰੇ ਬੈਨੀਫਿਟਸ ਹਨ, ਉਹਦੇ ਵਿੱਚੋਂ ਇੱਕ ਛੋਟਾ ਜਿਹਾ ਬੈਨੀਫਿਟ ਹੈ ਸਕਾਲਰਸ਼ਿਪ ਦਾ। ਸ਼ਾਇਦ ਤੁਹਾਨੂੰ ਇਹਦੇ ਹੋਰ ਬੈਨੀਫਿਟਸ ਬਾਰੇ ਨਾ ਜਾਣਕਾਰੀ ਹੋਵੇ ਤੇ ਅਸੀਂ ਬਾਰੀ ਸਿਰ ਉਹ ਸਾਰੇ ਜਿਹੜੇ ਐਡਵਾਂਟੇਜ ਹਨ ਉਹ ਆਪਾਂ ਡਿਸਕਸ ਕਰਨੇ ਹਾਂ। ਤੇ ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਸਕਾਲਰਸ਼ਿਪ ਫॉर योर ਨੈਕਸਟ ਅਕੈਡਮਿਕ ਯੂਜ਼। ਤੁਸੀਂ ਸਾਰੇ ਜਾਣੂ ਹੋ ਕਿ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਤੁਹਾਨੂੰ ਵਜ਼ੀਫਾ ਜਿਹੜਾ ਉਹ ਮਿਲਦਾ ਰਹੇਗਾ ਜੇ ਤੁਸੀਂ ਕਰੈਕ ਕਰ ਲੈਂਦੇ ਹੈਗੇ ਆ योर ਕੰਪੀਟੀਟਿਵ ਐਗਜ਼ਾਮਸ, ਜੋ ਕਿ 8th ਵਿੱਚ ਹੁੰਦਾ ਹੈ NMS ਦਾ ਤੇ 10th ਕਲਾਸ ਵਿੱਚ ਹੁੰਦਾ ਹੈ NTSC ਦਾ। ਨੈਕਸਟ ਹੈ ਇਟ ਅਰਨਸ ਯੂ ਗ੍ਰੇਟ ਪ੍ਰਾਈਡ ਐਂਡ ਔਨਰ। ਤੁਹਾਡਾ ਮਾਨ ਸਨਮਾਨ ਜਿਹੜਾ ਹੈਗਾ ਆ ਉਹ ਵੱਧਦਾ ਹੈ। ਕਿਵੇਂ ਵੱਧਦਾ ਹੈ? ਦੇਖੋ, ਹੋ ਸਕਦਾ ਕਿ ਤੁਸੀਂ ਫਰੋਮ ਯੋਰ ਪ੍ਰਾਇਮਰੀ ਲੈਵਲ 5th ਕਲਾਸ ਤੋਂ 6th ਵਿੱਚ 7th ਵਿੱਚ 8th ਵਿੱਚ 9th ਵਿੱਚ 10th ਵਿੱਚ ਆਪਣੇ ਸੈਕਸ਼ਨ ਦੇ ਵਿੱਚ ਯੂ ਆਰ ਦਾ ਟੌਪਰ। ਤੁਹਾਡੇ ਮਾਰਕਸ ਜਿਹੜੇ ਹੈਗੇ 95% ਤੋਂ ਉੱਪਰ ਆਉਂਦੇ ਹੋਣਗੇ, ਠੀਕ ਹੈ, ਲੇਕਿਨ ਤੁਸੀਂ ਇੱਕ ਥੋੜੇ ਜਿਹੇ ਦਾਇਰੇ ਦੇ ਵਿੱਚ ਇੱਕ ਆਪਣੇ ਆਪ ਨੂੰ ਟੌਪਰ ਮੰਨਦੇ ਹੋ, ਬਟ ਜਦੋਂ ਤੁਹਾਡਾ ਸਾਹਮਣਾ ਹੁੰਦਾ ਹੈ ਵੈਨ ਯੂ ਕੰਪੀਟ ਵਿਦ ਅਦਰਸ, ਤੁਹਾਡੇ ਆਪਣੇ ਰਿਲੇਟਿਵਸ ਜਿਹੜੇ ਹਨ ਉਹ ਹੋਰ ਸਿਟੀਜ਼ ਦੇ ਵਿੱਚ ਰਹਿੰਦੇ ਹਨ ਜਾਂ ਸਟੇਟਸ ਵਿੱਚ ਰਹਿੰਦੇ ਹਨ, ਜਦੋਂ ਉਹਨਾਂ ਦਾ ਤੁਹਾਡਾ ਸਾਹਮਣਾ ਹੁੰਦਾ ਹੈ ਫਿਰ ਤੁਹਾਨੂੰ ਪਤਾ ਲੱਗਦਾ ਕਿ ਵੇਅਰ ਡੂ ਯੂ ਸਟੈਂਡ। ਤਾਂ ਉਸ ਵੇਲੇ ਤੁਹਾਨੂੰ ਪਤਾ ਲੱਗਦਾ ਹੈ ਕਿ ਮੈਂ ਕਿੱਥੇ ਹਾਂ। ਇਸ ਕਰਕੇ ਜਦ ਤੱਕ ਅਸੀਂ ਆਪਣੇ ਦਾਇਰੇ ਤੋਂ ਬਾਹਰ ਨਹੀਂ ਨਿਕਲਦੇ, ਅਸੀਂ ਆਪਣੇ ਆਪ ਨੂੰ ਬੈਸਟ ਮੰਨਦੇ ਹਾਂ। ਸਾਨੂੰ ਰਿਕਗਨੀਸ਼ਨ ਉਦੋਂ ਹੀ ਮਿਲਦੀ ਹੈ ਜਦੋਂ ਅਸੀਂ ਮਾਸਸ ਦੇ ਵਿੱਚੋਂ ਸਕਸੈਸਫੁਲ ਹੋ ਕੇ ਬਾਹਰ ਆਉਂਦੇ ਹਾਂ। ਇਸੇ ਤਰੀਕੇ ਨਾਲ ਜਦੋਂ NTSC ਦਾ ਐਗਜ਼ਾਮ ਹੁੰਦਾ ਹੈ ਨੈਸ਼ਨਲ ਲੈਵਲ ਤੇ, ਤਾਂ ਵੱਖਰੀਆਂ ਸਟੇਟਸ ਤੋਂ ਕਰੀਮ ਜਿਹੜੇ ਸਟੂਡੈਂਟਸ ਨੇ, ਉਹ ਸਾਰੇ ਬੱਚੇ ਜੋ ਆਪਣੀ ਕਲਾਸਾਂ ਦੇ ਵਿੱਚ ਫਸਟ ਸਟੈਂਡ ਕਰਦੇ ਹਨ, 2nd 3rd 4th 5th ਤੱਕ ਇਹੋ ਜਿਹੀ ਪੋਜੀਸ਼ਨਸ ਰੱਖਦੇ ਹਨ, ਉਹ ਸਾਰੇ ਅਪੀਅਰ ਹੁੰਦੇ ਹਨ। ਯਾਨੀ ਕਿ ਕਰੀਮ ਜਿਹੜੀ ਹੈ ਉਹ ਅਪੀਅਰ ਹੁੰਦੀ ਹੈ ਤੇ ਉਸ ਵਿੱਚੋਂ ਜੋ ਤੁਸੀਂ ਮੈਰਿਟ ਦੇ ਵਿੱਚ ਆਉਂਦੇ ਹੋ, ਓਨਲੀ ਦੈਨ ਯੂ ਗੈਟ ਦਾ ਰਿਕੋਗਨੀਸ਼ਨ। ਤੁਹਾਨੂੰ ਰਿਕੋਗਨੀਸ਼ਨ ਮਿਲਦੀ ਹੈ, ਯੂ ਬਿਕਮ ਦਾ ਨੈਸ਼ਨਲ ਅਸੈਟ, ਨੈਸ਼ਨਲ ਟੈਲੈਂਟ, ਕਿਉਂਕਿ ਭਾਰਤ ਸਰਕਾਰ ਤੁਹਾਨੂੰ ਰਿਕੋਗਨਾਈਜ਼ ਕਰਦੀ ਹੈ ਕਿ ਨਾਓ you are the asset of the nation, you are the talent of the nation। ਤੇ ਉਸੇ ਦੇ ਉੱਪਰ ਤੁਹਾਨੂੰ ਜਿਹੜਾ ਹੈ ਇੱਕ ਜਦੋਂ ਸਕਾਲਰਸ਼ਿਪ ਲੱਗ ਜਾਂਦੀ ਹੈ, then you are physically, ਤੁਹਾਨੂੰ ਪਤਾ ਲੱਗਦਾ ਹੈ ਕਿ ਹਾਂ, I am now a renowned person, I have got all those qualities, stuffs ਜਿਸ ਨਾਲ ਕਿ ਮੈਂ ਕੋਈ ਵੀ ਕੰਪੀਟੀਟਿਵ ਐਗਜ਼ਾਮ ਨੂੰ ਕਰੈਕ ਕਰ ਸਕਦਾ ਹਾਂ। ਸੋ ਇਹਦੇ ਨਾਲ ਕੀ ਹੈ, ਸੋ ਯੂ ਆਰ ਗੈਟਿੰਗ ਪ੍ਰਾਈਡ ਐਂਡ ਔਨਰ। ਇਸ ਕਰਕੇ ਜਦੋਂ ਤੁਸੀਂ ਮੈਰਿਟ ਦੇ ਵਿੱਚ ਆ ਜਾਂਦੇ ਹੋ
ਤਾਂ ਤੁਹਾਡਾ ਮਾਨ ਸਨਮਾਨ ਵੱਧਦਾ ਹੈ। ਇਟ ਇਨਕਰੀਜ਼ਸ ਦਾ ਕੌਨਫੀਡੈਂਸ ਲੈਵਲ। ਤੁਹਾਡਾ ਜਿਹੜਾ ਕੌਨਫੀਡੈਂਸ ਲੈਵਲ ਜਿਹੜਾ ਹੈ ਉਹ ਇਨਕਰੀਜ਼ ਹੋ ਜਾਂਦਾ ਹੈ। ਕਿਵੇਂ ਇਨਕਰੀਜ਼ ਹੋ ਜਾਂਦਾ ਆ? ਤੁਸੀਂ ਆਪਣੇ ਆਪ ਨੂੰ ਜਦੋਂ ਸ਼ੀਸ਼ੇ ਦੇ ਵਿੱਚ ਦੇਖਦੇ ਹੋ, ਮਿਰਰ ਜਿਹੜਾ ਹੈਗਾ ਆ ਸਿਰਫ ਆਪਣੇ ਆਪ ਨੂੰ ਡਰੈਸਅਪ ਕਰਨ ਦੇ ਲਈ ਹੀ ਨਹੀਂ ਬਣਿਆ। ਅਸੀਂ ਮਿਰਰ ਵਿੱਚ ਦੇਖਦੇ ਹਾਂ ਤਾਂ ਅਸੀਂ ਆਤਮ ਝਾਤ ਵੀ ਕਰ ਸਕਦੇ ਹਾਂ ਆਪਣੇ ਅੰਦਰ ਕਿ ਸਾਡੇ ਕੋਲ ਕਿਹੜੀ ਕੁਆਲਿਟੀਜ਼ ਨੇ ਜਿਹਦੇ ਨਾਲ ਕਿ ਅਸੀਂ ਇੱਕ ਬਿਗ ਸ਼ਾਟ ਬਣ ਸਕਦੇ ਹਾਂ, ਕੁਝ ਬੜਾ ਕਰ ਸਕਦੇ ਹਾਂ। ਜਦੋਂ ਅਸੀਂ ਮਿਰਰ ਵਿੱਚ ਦੇਖਦੇ ਹਾਂ ਤੇ ਉਸ ਵੇਲੇ ਅਸੀਂ ਆਪਣੇ ਆਪ ਨਾਲ ਗੱਲ ਕਰਦੇ ਹਾਂ ਕਿ ਯੈਸ, I have got all that talent, I have got all that stuff, all those qualities which are the requirement to be the IAS officer। एक IAS officer बनने ਲਈ ਜੋ ਰਿਕੁਆਇਰਮੈਂਟ ਹੈਗੀ ਹੈ ਉਹ ਸਾਰੀਆਂ ਮੇਰੇ ਕੋਲ ਹੈਗੀਆਂ and I am going to be the future IAS। ਤਾਂ ਇਹ ਜਿਹੇ ਕੁਝ ਭਾਵ ਜਿਹੜੇ ਹੈਗੇ ਆ 100% ਤੁਹਾਡੇ ਦਿਮਾਗ ਦੇ ਵਿੱਚ ਆਉਂਦੇ ਹਨ। ਸੋ this boosts up your confidence level। ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਸੀਟਸ ਇਨ ਵੇਰੀਅਸ ਫੋਰਨ ਇੰਸਟੀਚਿਊਟਸ। ਸਾਡੇ ਸਾਰਿਆਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਫੋਰਨ ਜਾਈਏ, ਕੈਨੇਡਾ ਜਾਈਏ, ਅਮਰੀਕਾ ਜਾਈਏ, ਇੰਗਲੈਂਡ ਜਾਈਏ, ਹੋਰ ਕੰਟਰੀਜ਼ ਦੇ ਵਿੱਚ ਅਬਰੋਡ ਜਾਣ ਦੀ ਅਸੀਂ ਇੱਛਾ ਰੱਖਦੇ ਹਾਂ ਤੇ ਉਹਦੇ ਵਿੱਚ ਕਾਫੀ ਪੈਸਾ ਲੱਗਦਾ ਹੈ। ਤੇ ਪਿਆਰੇ ਬੱਚਿਓ, ਇੱਕ ਵਾਰ ਜੋ ਤੁਸੀਂ NTSC ਕਲੀਅਰ ਕਰ ਲੈਂਦੇ ਹੋ, ਤੁਸੀਂ ਇਸ ਜਾਣ ਕੇ ਹੈਰਾਨ ਹੋਗੇ ਕਿ ਦੇयर ਆਰ ਮੈਨੀ ਇੰਸਟੀਚਿਊਟਸ, ਫੋਰਨ ਇੰਸਟੀਚਿਊਟਸ ਜੋ ਕਿ NTSC ਸਕਾਲਰਸ ਨੂੰ ਰਿਕੋਗਨਾਈਜ਼ ਕਰਦੇ ਹਨ, ਯਾਨੀ ਕਿ ਉਹਨਾਂ ਨੂੰ ਵੇਟੇਜ ਦਿੰਦੇ ਹਨ ਟੂ ਗੈਟ ਦਾ ਐਡਮਿਸ਼ਨ ਇਨ देयर ਇੰਸਟੀਚਿਊਟਸ। ਮਤਲਬ ਜੇ ਤੁਸੀਂ ਬਾਹਰਲੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣੀ ਹੈ ਐਂਡ ਯੂ ਹੈਵ ਗॉट ਦਾ ਸਰਟੀਫਿਕੇਟ ਆਫ ਸਕਾਲਰਸ਼ਿਪ, ਤਾਂ ਡੈਫੀਨੇਟਲੀ ਯੂ ਵਿਲ ਗੈਟ ਦਾ ਵੇਟੇਜ। ਤੁਹਾਨੂੰ ਇਸ ਦੀ ਐਡਵਾਂਟੇਜ ਮਿਲ ਜਾ ਰਿਹਾ ਹੈ। ਸੋ ਇਹ ਫੋਰਥ ਐਡਵਾਂਟੇਜ ਸੀ। ਐਂਡ ਦ ਫਿਫਥ ਐਡਵਾਂਟੇਜ ਇਜ਼ ਜਦੋਂ ਇੱਕ ਵਾਰ ਤੁਸੀਂ ਪੜ੍ਹਾਈ ਕੰਪਲੀਟ ਕਰ ਲੈਂਦੇ ਹੋ, ਤੁਹਾਡੀ ਐਜੂਕੇਸ਼ਨ ਕੰਪਲੀਟ ਹੋ ਗਈ, ਉਸ ਤੋਂ ਬਾਅਦ ਤੁਸੀਂ ਖੁੱਲੇ ਮੈਦਾਨ ਵਿੱਚ ਆਉਂਦੇ ਹੋ। ਖੁੱਲੇ ਮੈਦਾਨ ਮਤਲਬ ਕਿ ਯੂ ਆਰ ਇਨ ਦ ਸਰਚ ਆਫ ਜੌਬ, ਇੰਪਲੋਇਮੈਂਟ ਲਈ। ਔਰ ਜਿੰਨੀਆਂ ਵੱਡੀ ਵੱਡੀ ਕੰਪਨੀ ਨੇ, ਬੇਸ਼ੱਕ ਉਹ ਪ੍ਰਾਈਵੇਟ ਸੈਕਟਰ ਹੋਵੇ ਜਾਂ ਪਬਲਿਕ ਸੈਕਟਰ ਹੋਵੇ, ਉਹ ਵੀ ਤੁਹਾਨੂੰ ਰਿਕੋਗਨਾਈਜ਼ ਕਰਦੀਆਂ ਹਨ। ਜਦੋਂ ਤੁਸੀਂ ਇੰਟਰਵਿਊ ਬੋਰਡ ਦੇ ਸਾਹਮਣੇ ਜਾਓਗੇ ਤਾਂ ਸਭ ਤੋਂ ਵੱਡੀ ਗੱਲ ਕੀ ਹੈ ਕਿ ਤੁਹਾਡਾ 50% ਆਫ ਦਾ ਇੰਟਰਵਿਊ ਤਾਂ ਉੱਦਾਂ ਹੀ ਹੋ ਜਾਣੀ ਹੈਗੀ ਹੈ। ਵੈਨ ਯੂ ਓਪਨ ਯੂਰ ਪੋਰਟਫੋਲੀਓ, ਜਦੋਂ ਤੁਸੀਂ ਆਪਣਾ ਸਾਰਾ ਜਿਹੜਾ ਹੈਗਾ ਆ ਆਪਣੀ ਸਰਟੀਫਿਕੇਟਸ ਦਿਖਾਓਗੇ ਉਹਨਾਂ ਨੂੰ ਜੋ ਇੰਟਰਵਿਊ ਬੋਰਡ ਦੇ ਉੱਪਰ ਹੈ, ਜੋ ਤੁਹਾਡੀ ਇੰਟਰਵਿਊਜ਼ ਲੈ ਰਹੇ ਹਨ ਸਾਹਮਣੇ, ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਹਾਊ ਮਚ ਸਿੰਸੀਅਰ ਯੂ ਆਰ, ਹਾਊ ਮਚ ਡਿਸਿਪਲਿਨਡ ਯੂ ਆਰ, ਔਰ ਤੁਹਾਡੇ 'ਚ ਕੀ ਟੈਲੈਂਟ ਹੈ। ਔਰ ਇਹੀ ਤਾਂ ਰਿਕੁਆਇਰਮੈਂਟਸ ਹੁੰਦੀਆਂ ਹਨ ਪ੍ਰਾਈਵੇਟ ਸੈਕਟਰਸ ਦੀਆਂ, ਔਰ ਇਹ ਸਭ ਤੁਹਾਡੇ ਸਰਟੀਫਿਕੇਟ ਬੋਲਦੇ ਹੈਗੇ। ਇਸ ਲਈ ਸਮਝ ਲਓ ਕਿ 50% ਤਾਂ ਤੁਹਾਨੂੰ ਸਕਸੈਸ ਇੰਟਰਵਿਊ ਦੇ ਵਿੱਚ ਵਿਦਆਊਟ ਐਨੀ ਕੁਐਸਚਨਿੰਗ ਮਿਲ ਗਈ ਹੈ। ਉਹ ਅਲੱਗ ਗੱਲ ਹੈ ਕਿ ਉਹਨਾਂ ਨੇ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਤੁਹਾਨੂੰ ਕੁਐਸਚਨਸ ਪੁੱਟ ਅਪ ਜ਼ਰੂਰ ਕਰਨੇ ਹਨ, ਬਟ ਯੂ ਆਰ ਡੈਫੀਨੇਟਲੀ ਗੋਇੰਗ ਟੂ ਹੈਵ ਅਪਰ ਹੈਂਡ ਦੈਨ ਅਦਰਸ। ਬਟ ਸਰਟੀਫਿਕੇਟ ਜਿਹੜੇ ਹੈਗੇ ਆ ਉਹ ਤੁਹਾਨੂੰ ਇੰਟਰਵਿਊ ਦੇ ਵਿੱਚ 100% ਸਕਸੈਸ ਦਿਵਾਉਂਦੇ ਹਨ। ਸੋ ਪਿਆਰੇ ਬੱਚਿਓ, ਵੀਡੀਓ ਦੇ ਐਂਡ ਵਿੱਚ ਮੈਂ ਇਹੀ ਕਹੂੰਗਾ ਕਿ ਸਕੂਲ ਲੈਵਲ ਦੇ ਵਿੱਚ ਜਦੋਂ ਆਪਾਂ ਸਕੂਲ ਲੈਵਲ ਤੇ ਹੈਗੇ ਆ ਤਾਂ ਮੈਕਸਿਮਮ ਟੂ ਮੈਕਸਿਮਮ ਅਸੀਂ ਹਾਰਡ ਵਰਕ ਕਰੀਏ, ਸਿੰਸੀਅਰ ਹੋ ਕੇ ਜੋ ਸਾਡਾ ਟਾਰਗੇਟ ਹੈ, ਪਾਰਟਿਕੂਲਰਲੀ ਕੰਪੀਟੀਟਿਵ ਐਗਜ਼ਾਮਸ, ਇਸ ਨੂੰ ਅਸੀਂ ਟਾਰਗੇਟ ਕਰਦੇ ਹੋਏ ਪੂਰੀ ਡੈਡੀਕੇਸ਼ਨ ਦੇ ਨਾਲ ਇਸ ਉੱਪਰ ਕੰਮ ਕਰੀਏ ਤਾਂ ਸਾਨੂੰ ਆਉਣ ਵਾਲੇ ਫਿਊਚਰ ਦੇ ਵਿੱਚ ਸਟਰਗਲ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਜੋ ਤੁਸੀਂ ਸਕੂਲ ਲੈਵਲ ਤੇ ਕੰਪੀਟੀਟਿਵ ਐਗਜ਼ਾਮਸ ਨੂੰ ਕਰੈਕ ਕਰ ਦਿੰਦੇ ਹੋ, ਮਤਲਬ ਸਕਸੈਸਫੁਲ ਹੋ ਜਾਂਦੇ ਹੋ, ਤਾਂ ਆਉਣ ਵਾਲੇ ਜੋ ਕੰਪੀਟੀਟਿਵ ਐਗਜ਼ਾਮਸ ਨੇ, ਭਾਵੇਂ ਉਹ ਸਿਵਲ ਸਰਵਿਸਿਜ਼ ਦੇ ਹੋਣ, ਭਾਵੇਂ ਬੈਂਕਸ ਦੇ ਹੋਣ, ਠੀਕ ਹੈ, ਜਾਂ ਕੋਈ ਅੱਗੇ ਹਾਇਰ ਐਜੂਕੇਸ਼ਨ ਲਈ ਕੰਪੀਟੀਟਿਵ ਐਗਜ਼ਾਮ ਹੈਗਾ, ਤੁਸੀਂ ਬਹੁਤ ਈਜ਼ੀਲੀ ਕਰੈਕ ਕਰ ਸਕਦੇ ਹੋ। ਸੋ ਇਹਨਾਂ ਮੋਟੀਵੇਸ਼ਨਲ ਵੀਡੀਓਜ਼ ਦੇ ਨਾਲ ਹੀ ਮੈਂ ਤੁਹਾਡੇ ਕੋਲ ਫੇਰ ਆਉਂਦਾ ਰਹੂੰਗਾ। ਹਾਲ ਦੀ ਘੜੀ ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਤੁਹਾਨੂੰ ਮੈਂ ਬੈਕਅਪ ਕਰਨਾ ਚਾਹੁੰਦਾ ਹਾਂ ਤੁਹਾਡਾ, ਕਿਉਂਕਿ NTSC ਐਗਜ਼ਾਮ ਆਉਣ ਵਾਲਾ ਹੈ। ਜਿਹੜੇ ਬੱਚੇ 8th ਕਲਾਸ ਵਿੱਚ ਹਨ ਉਹਨਾਂ ਦਾ NMS ਦਾ ਐਗਜ਼ਾਮ। ਸੋ ਗੋ ਫॉर ਥੀਸ ਐਗਜ਼ਾਮਸ ਹੋਲ ਹਾਰਟedly, ਪੂਰੀ ਮਿਹਨਤ ਦੇ ਨਾਲ। ਡੈਫੀਨੇਟਲੀ ਯੂ ਆਰ ਗੋਇੰਗ ਟੂ ਸਕਸੈਸ ਐਂਡ ਆਈ ਵਿਸ਼ ਯੂ all the very best. Thank you very much.